ਜ਼ੋਰ ਫੈਕਟਰ ਦੀ ਅੱਜ ਦੀ ਇਸ ਰਿਪੋਰਟ ਵਿੱਚ ਚੈਨਲ ਨਿਊਜ਼ ਡੇਟਲਾਈਨ ਪੰਜਾਬ ਉੱਤੇ ਮੈਂ ਰਿਤੇਸ਼ ਲੱਖੀ ਗੱਲ ਕਰਾਂਗਾ। ਅਰਵਿੰਦ ਖੰਨਾ ਪੰਜਾਬ ਦੇ ਵਿੱਚ 2 ਵਾਰ ਵਿਧਾਇਕ ਕਾਂਗਰਸ ਦੀ ਟਿਕਟ ਉੱਤੇ ਵਿਧਾਇਕ ਰਹਿ ਚੁੱਕੇ ਅਰਵਿੰਦ ਖੰਨਾ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ। ਦਿੱਲੀ ਦੇ ਵਿੱਚ ਭਾਰਤੀ ਜਨਤਾ ਪਾਰਟੀ 4 ਪ੍ਰਮੁੱਖ ਜਿਹੜੇ ਲੀਡਰਾਂ ਨੂੰ ਸ਼ਾਮਲ ਕਰਾਂਦੀ ਹੈ, ਉਹਨਾਂ ਦੇ ਵਿੱਚੋਂ 2 ਗੁਰਦੀਪ ਗੋਸ਼ਾ ਅਤੇ ਅਰਵਿੰਦ ਖੰਨਾ ਪ੍ਰਮੁੱਖ ਹੁੰਦੇ ਨੇ। ਅਰਵਿੰਦ ਖੰਨਾ जो कि 2002 ਦੇ ਵਿੱਚ ਸੰਗਰੂਰ ਵਿਧਾਨ ਸਭਾ ਸੀਟ ਤੋਂ ਐਮਐਲਏ ਜੇਤੂ ਰਹੇ ਸਨ ਤੇ 2012 ਤੋਂ ਉਹਨਾਂ ਨੇ ਆਪਣਾ ਹਲਕਾ ਬਦਲ ਕੇ ਧੂਰੀ ਵਿਧਾਨ ਸਭਾ ਸੀਟ ਤੋਂ ਜਿੱਤ ਹਾਸਲ ਕੀਤੀ ਸੀ। ਤਕਰੀਬਨ 2014 ਦੇ ਅਖੀਰ ਤੇ 2015 ਪਹੁੰਚਦਿਆਂ ਇਸ ਸੀਟ ਨੂੰ ਖਾਲੀ ਕਰ ਗਏ ਸਨ। ਅਰਵਿੰਦ ਖੰਨਾ ਨੇ ਬਿਨਾਂ ਕੋਈ ਸੰਜੀਦਾ ਜਾਂ ਸੀਰੀਅਸ ਕਾਰਨ ਦੱਸੇ ਹੀ ਆਪਣੇ ਅਹੁਦੇ ਤੋਂ ਬਤੌਰ ਇੱਕ ਵਿਧਾਇਕ ਅਸਤੀਫਾ ਦਿੱਤਾ ਤੇ ਧੂਰੀ ਵਿਧਾਨ ਸਭਾ ਸੀਟ ਨੂੰ ਇੱਕ ਬਾਈ ਇਲੈਕਸ਼ਨ ਦੀ ਪੱਠੀ ਦੇ ਵਿੱਚ ਝੋਕਣ ਦਾ ਕੰਮ ਕੀਤਾ। ਇਸ ਬਾਈ ਇਲੈਕਸ਼ਨ ਦੇ ਵਿੱਚ ਅਕਾਲੀ ਦਲ ਦੇ ਗੋਬਿੰਦ ਸਿੰਘ ਲੌਂਗੋਵਾਲ ਜਿੱਤ ਕੇ ਪੰਜਾਬ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਵਿਧਾਇਕ ਬਣੇ ਸਨ। ਸੋ 2 ਵਾਰ ਕਾਂਗਰਸ ਦੀ ਟਿਕਟ ਉੱਤੇ ਜਿੱਤਣ ਵਾਲੇ ਅਰਵਿੰਦ ਖੰਨਾ ਕਿਉਂ ਭਾਰਤੀ ਜਨਤਾ ਪਾਰਟੀ ਵਿੱਚ ਇਸ ਚੋਣਾਂ ਦੇ ਮੌਸਮ ਦੇ ਵਿੱਚ ਸ਼ਾਮਲ ਹੁੰਦੇ ਨੇ, ਇਸ ਲਈ ਕੋਈ ਲੰਬੇ ਚੌੜੇ ਕਾਰਨਾਂ ਦੀ ਜਾਂ ਉਹਨਾਂ ਨੂੰ ਸਮਝਣ ਦੀ ਲੋੜ ਨਹੀਂ ਹੈ, ਕਿਉਂਕਿ ਅਰਵਿੰਦ ਖੰਨਾ ਇੱਕ ਅਨਰਿਲਾਇਬਲ ਪੋਲੀਟੀਸ਼ੀਅਨ ਰਹੇ ਨੇ। ਇੱਕ ਆਰਮਸ ਡੀਲਿੰਗ ਦੇ ਵਿੱਚ ਇਹਨਾਂ ਦਾ ਪਰਿਵਾਰ ਬਿਜ਼ਨਸ ਪਰਿਵਾਰ ਰਿਹਾ ਹੈ। ਵਿਪਿਨ ਖੰਨਾ ਇਹਨਾਂ ਦੇ ਪਿਤਾ ਵੀ ਆਰਮਸ ਡੀਲਿੰਗ ਦੇ ਬਹੁਤ ਹੀ ਵੱਡੇ ਬਿਜ਼ਨਸਮੈਨ ਮੰਨੇ ਜਾਂਦੇ ਨੇ ਤੇ 2008-9 ਤੋਂ ਬਾਅਦ ਸੀਬੀਆਈ ਦੇ ਜਿਹੜੇ ਇੱਕ ਮੁਕੱਦਮੇ ਕਈ ਚੱਲੇ, ਜਿਸ ਵਿੱਚ ਕਿ ਕਈ ਵਿਦੇਸ਼ੀ ਫਰਮਾਂ ਤੋਂ ਕਿਕਬੈਕਸ ਆਰਮਸ ਡੀਲਿੰਗ ਦੇ ਵਿੱਚ ਲੈਣ ਦੇ ਸੰਗੀਨ ਜਿਹੜੇ ਆਰੋਪ ਲੱਗੇ ਸਨ, ਉਹਨਾਂ ਦੇ ਤਹਿਤ ਵਿਪਿਨ ਖੰਨਾ ਨੂੰ ਵੀ ਕੁਐਸਚਨ ਕੀਤਾ ਗਿਆ ਸੀ। ਸੀਬੀਆਈ ਵੱਲੋਂ ਪੁੱਛ ਪੜਤਾਲ ਕੀਤੀ ਗਈ ਸੀ ਤੇ ਇੱਕ ਕੇਸ ਦੇ ਵਿੱਚ ਅਰਵਿੰਦ ਖੰਨਾ ਦੇ ਉੱਤੇ ਵੀ FIR ਦਰਜ ਕੀਤੀ ਗਈ ਸੀ। ਤਕਰੀਬਨ 9 ਕਰੋੜ ਰੁਪਏ ਉਹਨਾਂ ਦੇ ਆਪਣੇ ਖਾਤੇ ਦੇ ਵਿੱਚ ਵਿਦੇਸ਼ੀ ਅਕਾਊਂਟਾਂ ਵਿੱਚੋਂ ਆਇਆ ਸੀ। ਇਸ ਵਿਵਾਦ ਦੇ ਨਾਲ ਉਹਨਾਂ ਦਾ ਜੁੜਨਾ ਇੱਕ ਬਹੁਤ ਵੱਡਾ ਐਮਬੈਰਸਮੈਂਟ ਦਾ ਸਬਬ ਸੀ, ਕਿਉਂਕਿ ਕਾਂਗਰਸ ਦੇ ਉਹ ਲੀਡਰ ਸਨ ਤੇ ਕਾਂਗਰਸ ਦੀ ਹੀ ਸਰਕਾਰ ਦੇ ਵਕਤ ਸੀਬੀਆਈ ਦੀ ਇਨਕੁਆਇਰੀਆਂ ਦੇ ਵਿੱਚ ਉਹਨਾਂ ਦਾ ਨਾਂ ਆ ਰਿਹਾ ਸੀ। ਲੇਕਿਨ ਇਸ ਚੀਜ਼ ਦੇ ਕਾਰਨਾਂ ਨੂੰ ਕਦੇ ਵੀ ਸੰਜੀਦਗੀ ਦੇ ਨਾਲ ਨਾ ਤਾਂ ਅਰਵਿੰਦ ਖੰਨਾ ਸਮਝਾ ਪਾਏ ਤੇ ਨਾ ਹੀ ਕੋਈ ਸਮਝ ਆਇਆ ਕਿ 2014 ਤੋਂ ਬਾਅਦ ਉਹਨਾਂ ਵੱਲੋਂ ਇਸ ਤਰੀਕੇ ਨਾਲ ਸਿਆਸਤ ਤੋਂ ਕਿਨਾਰਾ ਕਿਉਂ ਕਰ ਲਿਆ ਗਿਆ। ਤੇ ਹੁਣ ਇੰਨੇ ਸਾਲ ਬੀਤਣ, ਤਕਰੀਬਨ 7-8 ਸਾਲ ਦਾ ਵਕਫਾ ਬੀਤਣ ਤੋਂ ਬਾਅਦ ਅਰਵਿੰਦ ਖੰਨਾ ਦੀ ਐਂਟਰੀ ਦੁਬਾਰਾ ਹੋ ਰਹੀ ਹੈ, ਉਹ ਵੀ ਭਾਰਤੀ ਜਨਤਾ ਪਾਰਟੀ ਦੇ ਵਿੱਚ। ਉਹ ਪਾਰਟੀ ਜੋ ਕਿ ਹੁਕਮਰਾਨ ਪਾਰਟੀ ਹੈ, ਕੇਂਦਰ ਦੇ ਵਿੱਚ ਉਸ ਦਾ ਦਬਾਅ ਹੈ ਤੇ 2014 ਦੇ ਵਿੱਚ ਜਦੋਂ ਨਰਿੰਦਰ ਮੋਦੀ ਪਹਿਲੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣਦੇ ਨੇ, ਯਾਨੀ ਕਿ BJP ਦੀ ਸਰਕਾਰ ਆਉਂਦੀ ਹੈ, ਉਸ ਤੋਂ ਬਾਅਦ ਹੀ ਅਰਵਿੰਦ ਖੰਨਾ ਵੱਲੋਂ ਇਹ ਅਸਤੀਫਾ ਦਿੱਤਾ ਜਾਂਦਾ ਹੈ। ਸੋ ਕੀ ਕੋਈ ਕੋਰਿਲੇਸ਼ਨ ਰਿਹਾ ਕਿ BJP ਸਰਕਾਰ ਆਉਂਦਿਆਂ ਹੀ ਅਰਵਿੰਦ ਖੰਨਾ ਆਪਣੇ ਅਹੁਦੇ ਤੋਂ ਅਸਤੀਫਾ ਦੇ ਗਏ ਸਨ, ਬਤੌਰ MLA ਕੁਰਸੀ ਛੱਡ ਗਏ ਸਨ। ਅਰਵਿੰਦ ਖੰਨਾ ਦਾ ਇੱਕ ਡਿਊਬੀਅਸ ਰੋਲ ਮੰਨਿਆ ਗਿਆ ਹੈ 2012 ਦੀਆਂ ਵਿਧਾਨ ਸਭਾ ਇਲੈਕਸ਼ਨਾਂ ਦੇ ਦੌਰਾਨ ਵੀ, ਜਦੋਂ ਕਿ ਕਾਂਗਰਸ ਜਿਸ ਦੀ ਕਿ ਇਹ ਮੰਨਿਆ ਜਾ ਰਿਹਾ ਸੀ ਵੀ ਜਿੱਤ ਸੰਭਾਵਿਤ ਸੀ, ਐਂਟੀ ਇਨਕੰਬੈਂਸੀ ਅਕਾਲੀ ਦਲ ਦੇ ਖਿਲਾਫ ਸੀ, ਲੇਕਿਨ 2012 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਬਹੁਤ ਹੀ ਅੰਦਰਲੇ ਹਲਕਿਆਂ ਤੋਂ ਜਿਹੜੀ ਸਲਾਹ ਦੇਣ ਵਾਲੇ ਕੁਝ ਇੱਕ ਚੁਣਿੰਦਾ ਮੁੱਠੀ ਪਰ ਲੋਕਾਂ ਦੇ ਵਿੱਚੋਂ ਇੱਕ ਮਹੱਤਵਪੂਰਨ ਸ਼ਖਸ ਹਨ ਅਰਵਿੰਦ ਖੰਨਾ। ਕਾਂਗਰਸ ਇਹਨਾਂ ਇਲੈਕਸ਼ਨਾਂ ਦੇ ਵਿੱਚ ਹਾਰੀ ਤੇ ਇਹ ਹਾਰ ਨਾਕਾਬਲੇ ਬਰਦਾਸ਼ਤ ਇਸ ਵਾਸਤੇ ਪਾਰਟੀ ਲਈ ਮੰਨੀ ਜਾ ਰਹੀ ਸੀ, ਕਿਉਂਕਿ ਕਦੇ ਵੀ ਪੰਜਾਬ ਦੇ ਵਿੱਚ ਕੋਈ ਪਾਰਟੀ ਦੂਸਰੀ ਵਾਰ ਜੇਤੂ ਨਹੀਂ ਰਹੀ ਸੀ ਤੇ ਅਕਾਲੀ ਦਲ ਕਿਸ ਤਰੀਕੇ ਨਾਲ ਆਪਣੀ ਸੀਟਾਂ ਵਧਾਉਣ ਦੇ ਵਿੱਚ ਕਾਮਯਾਬ ਰਿਹਾ, ਇਸ ਚੀਜ਼ ਉੱਤੇ ਸਭ ਨੂੰ ਹੈਰਾਨੀ ਸੀ। ਅਰਵਿੰਦ ਖੰਨਾ ਉੱਤੇ ਇਲਜ਼ਾਮ ਕਾਂਗਰਸ ਦੇ ਅੰਦਰਲੇ ਹਲਕਿਆਂ ਤੋਂ ਇਹ ਵੀ ਲੱਗੇ ਕਿ ਅੰਦਰ ਦੀ ਜਿਹੜੀ ਇਨਪੁਟ ਸੀ ਕੈਪਟਨ ਅਮਰਿੰਦਰ ਸਿੰਘ ਦੇ ਕਲੋਜ਼ ਸਰਕਲ ਦੇ ਵਿੱਚ ਹੋਣ ਕਾਰਨ ਉਹ ਵੀ ਅਕਾਲੀ ਦਲ ਦੀ ਲੀਡਰਸ਼ਿਪ ਦੇ ਨਾਲ ਸਾਂਝਾ ਕਰਨ ਦੇ ਵਿੱਚ ਕਥਿਤ ਤੌਰ ਤੇ ਅਰਵਿੰਦ ਖੰਨਾ ਦੀ ਭੂਮਿਕਾ ਰਹੀ ਹੋ ਸਕਦੀ ਹੈ। ਲੇਕਿਨ ਇਹ ਸਾਰੀ ਇਲਜ਼ਾਮਬਾਜ਼ੀ ਸੀ। ਲੇਕਿਨ ਇਸ ਤੋਂ ਬਾਅਦ ਜਦੋਂ ਧੂਰੀ ਦੀ ਆਪਣੀ ਸੀਟ ਨੂੰ ਅਰਵਿੰਦ ਖੰਨਾ ਨੇ ਬਿਨਾਂ ਕੋਈ ਸੋਲਿਡ ਰੀਜ਼ਨ ਦਿੱਤੇ ਹੀ ਛੱਡ ਦਿੱਤਾ। ਉਹਨਾਂ ਦਾ ਇੱਕ ਤਰਕ ਜਿਹਾ ਆਇਆ ਸੀ ਕਿ ਸ਼ਾਇਦ ਉਹ ਆਪਣੇ ਬਿਜ਼ਨਸ ਉੱਤੇ ਕੰਸੈਂਟਰੇਟ ਨਹੀਂ ਕਰ ਪਾ ਰਹੇ ਸਨ, ਲੇਕਿਨ ਬਿਜ਼ਨਸ ਦੇ ਉੱਤੇ ਕੰਸੈਂਟਰੇਟ ਕਰ ਨਾ ਪਾਉਣਾ ਕੀ ਇੱਕ ਵਿਧਾਇਕ ਦਾ ਅਹੁਦਾ ਛੱਡਣ ਦਾ ਕਾਰਨ ਹੈ, ਤੇ ਜੇ ਅਜਿਹੇ ਹੀ ਕਾਰਨ ਸਨ ਤਾਂ ਫਿਰ 2012 ਦੀ ਇਲੈਕਸ਼ਨ ਉਹ ਲੜੇ ਹੀ ਕਿਉਂ ਤੇ ਧੂਰੀ ਤੋਂ ਉਹ ਜਿੱਤ ਕੇ ਵੀ ਆਉਂਦੇ ਨੇ। ਸੋ ਇੱਕ ਨਾਨ ਸੀਰੀਅਸ ਪੋਲੀਟੀਸ਼ੀਅਨ ਦੇ ਰੂਪ ਵਿੱਚ ਉਹਨਾਂ ਨੇ 2014 ਤੇ 15 ਦੇ ਸਾਲਾਂ ਦੇ ਦਰਮਿਆਨ ਉਹ ਕਾਰਵਾਈ ਕੀਤੀ, ਜਿਸ ਤੋਂ ਬਾਅਦ ਕਿ ਉਹਨਾਂ ਨੇ ਪੋਲਿਟਿਕਸ ਤੋਂ ਕਈ ਸਾਲਾਂ ਤੱਕ ਕਿਨਾਰਾ ਰੱਖਿਆ। ਅਰਵਿੰਦ ਖੰਨਾ ਦੀ ਨਜ਼ਰ 2007 ਤੋਂ ਬਾਅਦ ਸੰਗਰੂਰ ਤੋਂ ਹਟ ਕੇ ਧੂਰੀ ਵਿਧਾਨ ਸਭਾ ਸੀਟ ਉੱਤੇ ਰਹੀ, ਜਿਸ ਤੋਂ ਕਿ ਉਹਨਾਂ ਨੇ ਅਗਲਾ ਚੋਣ ਲੜਨਾ ਸੀ। ਸੋ ਧੂਰੀ ਦੀ ਜਨਤਾ ਨੂੰ ਵੀ ਉਹਨਾਂ ਨੇ 2-1 ਸਾਲਾਂ ਤੋਂ ਬਾਅਦ ਹੀ ਇੱਕ ਤਰੀਕੇ ਨਾਲ ਧੋਖਾ ਦਿੱਤਾ ਸੀ। ਕਿ ਇਹੀ ਕਾਰਨ ਹੈ ਕਿ ਅੱਜ ਅਰਵਿੰਦ ਖੰਨਾ ਦੁਬਾਰਾ ਧੂਰੀ ਵਿੱਚ ਜਾ ਕੇ ਆਪਣਾ ਸਿਆਸੀ ਜਿਹੜਾ ਦਾਅਵਾ ਹੈ ਉਹ ਪੇਸ਼ ਕਰਨਾ ਨਹੀਂ ਚਾਹ ਰਹੇ। ਇਸ ਦਾ ਦੂਸਰਾ ਵੱਡਾ ਕਾਰਨ ਭਗਵੰਤ ਮਾਨ ਦੀ ਵੀ ਸੰਭਾਵਨਾ ਹੈ, ਧੂਰੀ ਤੋਂ ਇਲੈਕਸ਼ਨ ਲੜੇ ਜਾਣ ਦੀ ਉਹਨਾਂ ਦੀ ਸੰਭਾਵਨਾ, ਕਿਉਂਕਿ ਪਹਿਲਾਂ ਸੰਗਰੂਰ ਤੋਂ ਲੱਗ ਰਿਹਾ ਸੀ ਵੀ ਸ਼ਾਇਦ ਭਗਵੰਤ ਮਾਨ ਇੱਥੋਂ ਵੀ ਲੜ ਸਕਦੇ ਨੇ, ਲੇਕਿਨ ਸੰਗਰੂਰ ਦੀ ਟਿਕਟ ਜਿਹੜੀ ਹੈ ਆਮ ਆਦਮੀ ਪਾਰਟੀ ਵੱਲੋਂ ਆਪਣੀ ਇੱਕ ਯੁਵਾ ਮਹਿਲਾ ਉਮੀਦਵਾਰ ਨੂੰ ਦਿੱਤੀ ਗਈ। ਆਪਾਂ ਸਾਰੀ ਗੱਲਾਂ ਬਾਤਾਂ ਸੰਗਰੂਰ ਵਿਧਾਨ ਸਭਾ ਹਲਕੇ ਦੇ ਵਿਸ਼ਲੇਸ਼ਣ ਵਿੱਚ ਕੀਤੀਆਂ ਨੇ, ਲੇਕਿਨ ਭਗਵੰਤ ਮਾਨ ਦਾ ਸੰਗਰੂਰ ਤੋਂ ਇਲੈਕਸ਼ਨ ਨਾ ਲੜਨਾ ਤੇ ਵਾਪਸ ਤਕਰੀਬਨ 20 ਸਾਲ ਤੋਂ ਬਾਅਦ ਅਰਵਿੰਦ ਖੰਨਾ ਦਾ ਸੰਗਰੂਰ ਦੀ ਸੀਟ ਉੱਤੋਂ ਦੁਬਾਰਾ ਤਾਲ ਠੋਕਣਾ,
ਇਹ ਇੱਕ ਬਹੁਤ ਹੀ ਦਿਲਚਸਪ ਸਥਿਤੀ ਨੂੰ ਸਾਹਮਣੇ ਲਿਆਂਦਾ ਹੈ ਕਿਉਂਕਿ ਪਹਿਲਾਂ ਹੀ ਇਸ ਸੀਟ ਉੱਤੇ ਸਾਰੇ ਉਮੀਦਵਾਰਾਂ ਦਾ ਐਲਾਨ ਹੋ ਚੁੱਕਾ ਹੈ। ਅਕਾਲੀ ਦਲ ਨੇ ਵਿਨਰਜੀਤ ਗੋਲਡੀ ਨੂੰ ਉਮੀਦਵਾਰ ਬਣਾਇਆ ਹੈ। ਕਾਂਗਰਸ ਵੱਲੋਂ ਇਸ ਸੀਟ ਉੱਤੇ ਆਲਰੇਡੀ ਵਿਜੇਂਦਰ ਸਿੰਗਲਾ ਇੱਕ ਮਜ਼ਬੂਤ ਦਾਅਵੇਦਾਰ ਨੇ। ਵਿਜੇਂਦਰ ਸਿੰਗਲਾ ਜਿਨ੍ਹਾਂ ਦੀ ਕਿ ਐਂਟਰੀ ਸਟੇਟ ਪੋਲਿਟਿਕਸ ਦੇ ਵਿੱਚ ਉਸ ਵਕਤ ਹੁੰਦੀ ਹੈ ਜਦੋਂ ਕਿ ਪੈਰਲਲੀ ਉਹਨਾਂ ਦੇ ਨਾਲ ਸੰਗਰੂਰ ਦੇ ਵਿੱਚ ਕਾਫੀ ਹੱਦ ਤੱਕ ਅਰਵਿੰਦ ਖੰਨਾ ਐਕਟਿਵ ਹੁੰਦੇ ਨੇ। ਇਹ ਦੋਵੇਂ ਲੀਡਰ ਹੁਣ ਦੂਸਰੀਆਂ ਵਿਰੋਧੀ ਪਾਰਟੀਆਂ ਵੱਲੋਂ ਇੱਕ ਦੂਸਰੇ ਦੇ ਸਾਹਮਣੇ ਹੋਣਗੇ। ਸੋ ਵਿਜੇਂਦਰ ਸਿੰਗਲਾ ਲਈ ਇੱਕ ਧਨਾੜ ਅਰਵਿੰਦ ਖੰਨਾ, ਇੱਕ ਟਾਈਕੂਨ, ਇੱਕ ਬਿਜ਼ਨਸਮੈਨ ਕਿੰਨੀਆਂ ਕੁ ਦਿੱਕਤਾਂ ਖੜੀਆਂ ਕਰ ਸਕਦਾ ਹੈ, ਇਹ ਆਉਣ ਵਾਲਾ ਸਮਾਂ ਦੱਸੇਗਾ। ਲੇਕਿਨ ਇਸ ਸੀਟ ਉੱਤੇ ਇੱਕ ਮਲਟੀ ਕਾਰਨਰਡ ਕੰਟੈਸਟ, ਜਿਵੇਂ ਕਿ ਮੈਂ ਪਹਿਲੇ ਵੀ ਰਿਪੋਰਟ ਵਿੱਚ ਆਪਾਂ ਉਹ ਸਾਰਾ ਦਾ ਸਾਰਾ ਕਿਆਸ ਤੁਹਾਡੇ ਸਾਹਮਣੇ ਰੱਖਿਆ ਸੀ, ਉਹ ਹੁਣ ਤੈਅ ਹੋ ਚੁੱਕਾ ਹੈ। ਹੁਣ ਵੇਖਣ ਵਾਲੀ ਗੱਲ ਇਹ ਹੋਏਗੀ ਕਿ ਅਰਵਿੰਦ ਖੰਨਾ ਨੂੰ ਕੀ ਸੰਗਰੂਰ ਦੀ ਜਨਤਾ ਇੱਕ ਮੌਕਾ ਦੁਬਾਰਾ ਦੇਗੀ ਉਸ ਸਥਿਤੀ ਦੇ ਵਿੱਚ ਜਦੋਂ ਕਿ 2002 ਤੋਂ ਬਾਅਦ ਉਹ ਇਸ ਸੀਟ ਤੋਂ ਇਲੈਕਸ਼ਨ ਨਹੀਂ ਲੜੇ। 2012 ਦੇ ਵਿੱਚ ਆਪਣੀ ਸੀਟ ਬਦਲ ਗਏ। ਉਸ ਸੀਟ ਦੇ ਉੱਤੋਂ ਵੀ ਇਲੈਕਸ਼ਨ ਲੜ ਕੇ ਉੱਥੇ ਦੇ ਵੀ ਜਿਹੜੇ ਬਾਸ਼ਿੰਦੇ ਜਿਨ੍ਹਾਂ ਨੇ ਕਿ ਵੋਟ ਪਾ ਕੇ ਅਰਵਿੰਦ ਖੰਨਾ ਨੂੰ ਧੂਰੀ ਤੋਂ ਇਲੈਕਸ਼ਨ ਜਿਤਵਾਇਆ, ਉਹਨਾਂ ਨਾਲ ਵੀ ਇੱਕ ਤਰੀਕੇ ਦੀ ਠੱਗੀ ਜਿਹੜੀ ਸੀ ਉਹ ਵੱਜ ਗਈ ਜਦੋਂ ਕਿ ਬਿਨਾਂ ਕੋਈ ਠੋਸ ਕਾਰਨ ਦਿੱਤੇ ਹੀ ਅਰਵਿੰਦ ਖੰਨਾ ਉਹ ਸੀਟ ਖਾਲੀ ਕਰਕੇ ਅਕਾਲੀ ਦਲ ਦੀ ਝੋਲੀ ਵਿੱਚ ਪਾ ਕੇ ਤੁਰਦੇ ਬਣੇ। ਸੋ ਅਰਵਿੰਦ ਖੰਨਾ ਦੀ ਜਿਹੜੀ ਰਿਲਾਇਬਿਲਿਟੀ ਐਜ਼ ਅ ਪੋਲੀਟੀਸ਼ੀਅਨ ਉਹ ਇਸ ਵਕਤ ਬਹੁਤ ਵੱਡੇ ਸਵਾਲਾਂ ਦੇ ਘੇਰੇ ਵਿੱਚ ਹੈ। 1997-98 ਤੋਂ ਆਪਣਾ ਪੋਲੀਟੀਕਲ ਕਰੀਅਰ ਸੰਗਰੂਰ ਤੋਂ ਸ਼ੁਰੂ ਕਰਨ ਵਾਲੇ ਅਰਵਿੰਦ ਖੰਨਾ ਦੀ ਸ਼ੁਰੂਆਤ ਅਕਾਲੀ ਦਲ ਵਿੱਚ ਹੋਈ ਸੀ। ਮੈਂ ਪਹਿਲੇ ਵੀ ਰਿਪੋਰਟ ਵਿੱਚ ਜ਼ਿਕਰ ਕੀਤਾ ਸੀ। ਉਸ ਤੋਂ ਬਾਅਦ 2002 ਦੇ ਇਲੈਕਸ਼ਨ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਬਹੁਤ ਹੀ ਨੇੜੇ ਆਉਣ ਦੇ ਵਿੱਚ ਅਰਵਿੰਦ ਖੰਨਾ ਕਾਮਯਾਬ ਰਹੇ। ਜਿੱਤੇ ਵੀ ਸੰਗਰੂਰ ਤੋਂ ਐਮਐਲਏ ਵੀ ਬਣੇ ਤੇ ਕੈਪਟਨ ਅਮਰਿੰਦਰ ਸਿੰਘ ਦੀ ਉਸ ਕੋਟਰੀ ਦਾ ਹਿੱਸਾ ਬਣ ਕੇ ਰਹੇ। ਬਹੁਤ ਹੀ ਖਾਸਮ ਖਾਸ ਬਲੂ ਆਈਡ ਬॉय ਬਣ ਕੇ ਰਹੇ। 2012 ਤੱਕ ਇਹ ਸਾਥ ਜਿਹੜਾ ਸੀ ਬਹੁਤ ਮਜ਼ਬੂਤੀ ਨਾਲ ਚੱਲਿਆ। ਲੇਕਿਨ 2012 ਦੇ ਵਿੱਚ ਜਦੋਂ ਇੱਕ ਓਵਰ ਕੌਨਫੀਡੈਂਟ ਕੈਪਟਨ ਅਮਰਿੰਦਰ ਸਿੰਘ ਨੂੰ ਮੂੰਹ ਦੀ ਖਾਣੀ ਪਈ ਤੇ ਉਹ ਆਪਣੀ ਪਾਰਟੀ ਨੂੰ ਜਿਤਵਾਉਣ ਵਿੱਚ ਕਾਮਯਾਬ ਨਹੀਂ ਰਹੇ, ਅਰਵਿੰਦ ਖੰਨਾ ਉੱਤੇ ਇੱਕ ਠੀਕਰਾ ਵੀ ਫੁੱਟਿਆ। ਬਹੁਤ ਸੇ ਲੀਡਰਾਂ ਨੇ ਇਲਜ਼ਾਮ ਸਿੱਧੇ ਤੌਰ ਤੇ ਸਾਹਮਣੇ ਲਾਏ ਕਿ ਕੈਪਟਨ ਅਮਰਿੰਦਰ ਤੱਕ ਪਹੁੰਚ ਕਰਨ ਦਾ ਇੱਕ ਮਾਤਰ ਮਾਧਿਅਮ ਅਰਵਿੰਦ ਖੰਨਾ ਸੀ। ਬਾਅਦ ਦੇ ਵਿੱਚ ਉਹਨਾਂ ਦੀਆਂ ਨੇੜਤਾਵਾਂ ਤੇ ਅਕਾਲੀ ਦਲ ਦੇ ਨਾਲ ਜਿਹੜੀ ਉਹਨਾਂ ਦੇ ਕਥਿਤ ਸੰਬੰਧ ਸਨ ਉਹ ਕਾਫੀ ਹੱਦ ਤੱਕ ਉਸ ਵਕਤ ਐਕਸਪੋਜ਼ ਹੁੰਦੇ ਵੀ ਨਜ਼ਰ ਆਏ ਜਦੋਂ 2014-15 ਦੇ ਵਿੱਚ ਉਹ ਆਪਣੀ ਸੀਟ ਅਕਾਲੀ ਦਲ ਕੈਂਡੀਡੇਟ ਜਾਂ ਅਕਾਲੀ ਦਲ ਦੇ ਫੇਵਰ ਦੇ ਵਿੱਚ ਖਾਲੀ ਕਰ ਗਏ। ਕਿਉਂਕਿ ਇਸੇ ਸਾਲ ਤੋਂ ਪਹਿਲਾਂ ਜੋਗਿੰਦਰਪਾਲ ਜੈਨ ਮੋਗੇ ਵਾਲੇ ਉਮੀਦਵਾਰ ਨੂੰ ਵੀ ਅਕਾਲੀ ਦਲ ਨੇ ਆਪਣੇ ਵਿੱਚ ਸ਼ਾਮਲ ਕਰਾ ਕੇ ਬਾਈ ਇਲੈਕਸ਼ਨ ਦੁਬਾਰਾ ਜਿਤਵਾਇਆ ਸੀ। ਸੋ ਇਹ ਸਾਰੀਆਂ ਚੀਜ਼ਾਂ ਅਕਾਲੀ ਦਲ ਦੀ ਹੀ ਇੱਛਾ ਦੇ ਅਨੁਸਾਰ ਹੋ ਰਹੀਆਂ ਸਨ ਤੇ ਉਸ ਪੂਰੀ ਦੀ ਪੂਰੀ ਲੀਗ ਦੇ ਵਿੱਚ ਕੀ ਅਰਵਿੰਦ ਖੰਨਾ ਇੱਕ ਫੈਕਟਰ ਸਨ। ਸੋ ਬੀਤੇ ਤਕਰੀਬਨ 25 ਸਾਲਾਂ ਦੇ ਵਿੱਚ 2 ਇਲੈਕਸ਼ਨ ਜਿੱਤ ਚੁੱਕੇ ਐਮਐਲਏ ਦੇ ਤੌਰ ਤੇ ਜਿਹੜਾ ਵੀ ਇਲੈਕਸ਼ਨ ਉਹਨਾਂ ਨੇ ਲੜਿਆ ਹੈ ਉਹਨਾਂ ਨੇ ਜਿੱਤਿਆ ਹੈ ਤੇ 3 ਪਾਰਟੀਆਂ ਬਦਲ ਚੁੱਕੇ। ਅਰਵਿੰਦ ਖੰਨਾ ਨੂੰ ਸੰਗਰੂਰ ਦੇ ਵੋਟਰ ਕੀ ਇਸ ਵਾਰ ਦੁਬਾਰਾ ਮੌਕਾ ਦੇਣਗੇ, ਇਹ ਦੇਖਣ ਵਾਲੀ ਗੱਲ ਹੋਏਗੀ। ਇੱਕ ਚੌਤਰਫਾ ਮੁਕਾਬਲਾ ਹੈ, ਇੱਕ 4 ਕਾਰਨਰਡ ਲੜਾਈ ਇਸ ਨੂੰ ਮੰਨਿਆ ਜਾ ਸਕਦਾ ਹੈ। ਇਹ ਵਿਜੇਂਦਰ ਸਿੰਗਲਾ ਲਈ ਇੱਕ ਬਹੁਤ ਵੱਡੀ ਦਿੱਕਤ ਕਿ ਇੱਕ ਮਜ਼ਬੂਤ ਕੈਂਡੀਡੇਟ ਉਹਨਾਂ ਦੇ ਸਾਹਮਣੇ ਆ ਕੇ ਤਕਰੀਬਨ ਉਹੀ ਵੋਟ ਬੈਂਕ ਦੇ ਵਿੱਚ ਸੰਨ ਲਾਉਣ ਦੀ ਕੋਸ਼ਿਸ਼ ਕਰੇਗਾ ਜੋ ਕਿ ਕਾਂਗਰਸ ਦਾ ਰਿਵਾਇਤੀ ਵੋਟ ਬੈਂਕ ਹੈ। ਤੇ ਕਾਫੀ ਹੱਦ ਤੱਕ ਅਰਵਿੰਦ ਖੰਨਾ ਜੋ ਕਿ ਉਮੀਦ ਨਾਂ ਦੀ ਇੱਕ ਫਾਊਂਡੇਸ਼ਨ ਇੱਥੋਂ ਚਲਾਇਆ ਕਰਦੇ ਸਨ, ਸੰਗਰੂਰ ਦੇ ਵਿੱਚ ਉਹਨਾਂ ਨੇ ਕਾਫੀ ਕੰਮ ਕੀਤਾ ਹੈ। ਸੋ ਉਹਨਾਂ ਦਾ ਜਿਹੜਾ ਇੱਕ ਬੇਸ ਹੈ ਉਹ ਕਾਂਗਰਸ ਦੇ ਵੋਟ ਦੇ ਵਿੱਚ ਹੀ ਇੱਕ ਸੰਨ ਮਾਰਨ ਦਾ ਕੰਮ ਕਰੇਗਾ। ਇਸ ਚੀਜ਼ ਦੀ ਜ਼ਿਆਦਾ ਚਿੰਤਾਵਾਂ ਵਿਜੇਂਦਰ ਸਿੰਗਲਾ ਨੂੰ ਹੋਣੀਆਂ ਚਾਹੀਦੀਆਂ ਨੇ ਜੋ ਕਿ ਸੰਭਾਵਿਤ ਤੌਰ ਤੇ ਇਸ ਸੀਟ ਤੋਂ ਇਲੈਕਸ਼ਨ ਦੁਬਾਰਾ ਲੜਨਗੇ। ਕਾਂਗਰਸ ਦੇ ਇੱਕ ਮਜ਼ਬੂਤ ਮਿਨਿਸਟਰ ਉਹ ਮੰਨੇ ਜਾਂਦੇ ਰਹੇ ਨੇ। ਸੋ ਵੇਖਦੇ ਹਾਂ ਕਿ ਕਿੰਨਾ ਕੁ ਨੁਕਸਾਨ ਵਿਜੇਂਦਰ ਸਿੰਗਲਾ ਨੂੰ ਅਰਵਿੰਦ ਖੰਨਾ ਬਚਾ ਸਕਦੇ ਨੇ ਤੇ ਅਰਵਿੰਦ ਖੰਨਾ ਖੁਦ ਕੀ ਪਰਫਾਰਮ ਕਰ ਪਾਣਗੇ ਸੰਗਰੂਰ ਦੀ ਉਸ ਸੈਂਟਰਲ ਡਿਸਟ੍ਰਿਕਟ ਜਾਂ ਉਹ ਜ਼ਿਲ੍ਹਾ ਜੋ ਕਿ ਮੁੱਖ ਤੌਰ ਤੇ ਪੰਜਾਬ ਦਾ ਖੇਤੀਬਾੜੀ ਦਾ ਧੁਰਾ ਮੰਨਿਆ ਜਾਂਦਾ ਹੈ। ਉਸ ਇਲਾਕੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਨੂੰ ਕੀ ਲੋਕ ਐਕਸੈਪਟ ਕਰਨਗੇ, ਇਹ ਵੇਖਣ ਵਾਲੀ ਗੱਲ ਹੋਏਗੀ। ਸਾਰੀਆਂ ਗੱਲਾਂ ਬਾਤਾਂ ਵੇਖਾਂਗੇ। ਲੈਟਸ ਵੇਟ ਐਂਡ ਵਾਚ। ਫਿਲਹਾਲ ਪੋਲ ਫੈਕਟਰ ਦੇ ਵਿੱਚ ਇੰਨਾ ਹੀ। ਬਹੁਤ ਬਹੁਤ ਧੰਨਵਾਦ ਇਸ ਰਿਪੋਰਟ ਨੂੰ ਵੇਖਣ ਲਈ।